ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 7ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਚਿੱਠੀ ਪੱਤਰ ਮਿੱਤਰ ਜਾਂ ਸਹੇਲੀ ਨੂੰ ਭਾਖੜਾ ਡੈਮ ਦੀ ਸੈਰ ਦਾ ਹਾਲ ਪੱਤਰ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਚਿੱਠੀ ਪੱਤਰ ਕਿਸ ਨੂੰ ਆਖਦੇ ਹਨ। ਚਾਹੇ ਕਿ ਸੂਚਨਾ ਦੇ ਖੇਤਰ ਵਿੱਚ ਕ੍ਰਾਂਤੀ ਨੇ ਸਾਡੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਲਿਆ ਦਿੱਤੀ ਹੈ। ਪਰੰਪਰਾਗਤ ਚਿੱਠੀ ਪੱਤਰ ਦੀ ਥਾਂ ਮੋਬਾਈਲ ਫੋਨ, ਇੰਟਰਨੈਟ ਅਤੇ ਈਮੇਲ ਨੇ ਲੈ ਲਈ ਹੈ, ਪਰੰਤੂ ਫਿਰ ਵੀ ਚਿੱਠੀ ਪੱਤਰ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ। ਸਕੂਲ ਪੜ੍ਹਦਿਆਂ ਦਾਖਲਾ ਲੈਣ ਲਈ, ਕਿਸੇ ਵਿੱਦਿਅਕ ਟੂਰ 'ਤੇ ਜਾਣ ਦੀ ਮਨਜ਼ੂਰੀ ਲੈਣ, ਫੀਸ ਜਾਂ ਜੁਰਮਾਨਾ ਮਾਫ਼ ਕਰਵਾਉਣ, ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਆਦਿ ਵਿਸ਼ਿਆਂ ਲਈ ਬਿਨੇ ਪੱਤਰ ਲਿਖਣੇ ਪੈਂਦੇ ਹਨ। ਉਚੇਰੀ ਪੜ੍ਹਾਈ ਕਰਦਿਆਂ ਵੀ ਸਮੇਂ-ਸਮੇਂ 'ਤੇ ਅਜਿਹੇ ਬਿਨੇ ਪੱਤਰ ਲਿਖੇ ਜਾਂਦੇ ਹਨ। ਆਮ ਜੀਵਨ ਵਿੱਚ ਪੰਚਾਇਤ, ਬਲਾਕ, ਮਿਊਂਸਪਲ ਕਮੇਟੀ, ਕਾਰਪੋਰੇਸ਼ਨ, ਥਾਣਾ, ਤਹਿਸੀਲ, ਜ਼ਿਲ੍ਹਾ, ਪ੍ਰਾਂਤ, ਦੇਸ਼ ਆਦਿ ਦੇ ਮੁਖੀਆਂ ਨੂੰ ਕਿਸੇ ਨਾ ਕਿਸੇ ਕੰਮ ਲਈ ਬਿਨੇ ਪੱਤਰ ਲਿਖਣ ਦੀ ਲੋੜ ਪੈਂਦੀ ਹੈ। ਵਪਾਰਿਕ ਕੰਮਾਂ ਕਾਰਾਂ ਵਿੱਚ ਤਾਂ ਪੱਤਰਾਂ ਰਾਹੀਂ ਲੱਖਾਂ ਕਰੋੜਾਂ ਦਾ ਵਣਜ ਹੁੰਦਾ ਹੈ। ਨਿੱਜੀ ਜੀਵਨ ਵਿੱਚ ਤਾਂ ਚਿੱਠੀ ਪੱਤਰ ਰਾਹੀਂ ਸੰਪਰਕ ਹੋਣ ਨੂੰ ਅੱਧਾ ਮਿਲਾਪ ਕਿਹਾ ਜਾਂਦਾ ਰਿਹਾ ਹੈ। ਚਿੱਠੀ ਪੱਤਰ ਲਿਖਣ ਦੀ ਸੁਚੱਜੀ ਕਲਾ ਸੰਬੰਧੀ ਬਹੁਤ ਸਾਰੇ ਸੁਝਾਅ ਹਨ, ਵਿਧੀਆਂ ਹਨ, ਢੰਗ ਤਰੀਕੇ ਹਨ। ਇਹ ਸੁਝਾਅ ਚਿੱਠੀ ਪੱਤਰ ਲਿਖਣ ਸੰਬੰਧੀ ਉਹਨਾਂ ਨਿੱਕੀਆਂ-ਨਿੱਕੀਆਂ ਗੱਲਾਂ ਬਾਰੇ ਹਨ ਜਿਨ੍ਹਾਂ ਵੱਲ ਧਿਆਨ ਦਿੱਤਿਆਂ ਚਿੱਠੀ ਪੱਤਰ ਲਿਖਣ ਅਤੇ ਪ੍ਰਾਪਤ ਕਰਨ ਵਾਲੇ ਨੂੰ ਬਹੁਤ ਸਹੂਲਤ ਰਹਿੰਦੀ ਹੈ। ਜਿਵੇਂ ਪਹਿਲਾ ਹੈ ਲਿਖਾਈ। ਚਿੱਠੀ ਪੱਤਰ ਆਮ ਤੌਰ 'ਤੇ ਹੱਥ ਨਾਲ ਲਿਖੇ ਜਾਂਦੇ ਹਨ। ਹੱਥ ਨਾਲ ਲਿਖੇ ਚਿੱਠੀ ਪੱਤਰਾਂ ਵਿੱਚ ਸੁੰਦਰ ਤੇ ਸਾਫ਼ ਲਿਖਾਈ ਦਾ ਬਹੁਤ ਮਹੱਤਵ ਹੁੰਦਾ ਹੈ। ਚਿੱਠੀ ਪੱਤਰ ਉੱਤੇ ਲਿਖੇ ਪਤੇ ਦੇ ਸੰਬੰਧ ਵਿੱਚ ਕਿਹਾ ਜਾ ਸਕਦਾ ਹੈ ਕਿ ਸ਼ਬਦ ਜੋੜਾਂ ਦੀਆਂ ਗਲਤੀਆਂ ਤੋਂ ਰਹਿਤ ਸੋਹਣੀ ਅਤੇ ਸਾਫ਼ ਲਿਖਾਈ ਵਿੱਚ ਲਿਖੇ ਪਤੇ ਵਾਲੀ ਚਿੱਠੀ ਸਮੇਂ ਸਿਰ ਅਤੇ ਠੀਕ ਥਾਂ 'ਤੇ ਪਹੁੰਚਦੀ ਹੈ। ਜੇ ਲਿਖਾਈ ਸਾਫ਼ ਤੇ ਸੁੰਦਰ ਹੋਵੇ ਤਾਂ ਉਸ ਦਾ ਸੁਨੇਹਾ ਜਾਂ ਸੂਚਨਾ ਪੜ੍ਹਨ ਵਾਲੇ ਨੂੰ ਸਹੀ ਢੰਗ ਨਾਲ ਪ੍ਰਾਪਤ ਹੋ ਜਾਂਦੀ ਹੈ। ਅੱਜ ਕੱਲ੍ਹ ਕੰਪਿਊਟਰ ਰਾਹੀਂ ਟਾਈਪ ਕੀਤੇ ਚਿੱਠੀ ਪੱਤਰਾਂ ਦਾ ਰੁਝਾਨ ਵੱਧ ਰਿਹਾ ਹੈ। ਇਹਨਾਂ ਵਿੱਚ ਵੀ ਸ਼ਬਦ ਜੋੜਾਂ ਦੀਆਂ ਗਲਤੀਆਂ ਅਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਦਾ ਧਿਆਨ ਰੱਖਣ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਚਿੱਠੀ ਪੱਤਰ ਲਿਖਣ ਦੀ ਦੂਸਰੀ ਵਿਧੀ ਹੈ ਭਾਸ਼ਾ। ਚਿੱਠੀ ਪੱਤਰ ਦੀ ਭਾਸ਼ਾ ਸਰਲ ਅਤੇ ਸਪਸ਼ਟ ਹੋਣੀ ਚਾਹੀਦੀ ਹੈ। ਬੇਨਤੀ ਪੱਤਰਾਂ, ਵਪਾਰਿਕ ਪੱਤਰਾਂ ਅਤੇ ਦਫ਼ਤਰੀ ਪੱਤਰਾਂ ਦੀ ਭਾਸ਼ਾ ਨਿਸ਼ਚਿਤ ਅਤੇ ਰਸਮੀ ਹੁੰਦੀ ਹੈ।
ਆਮ ਤੌਰ 'ਤੇ ਗਿਣੇ ਮਿਥੇ ਸ਼ਬਦਾਂ ਅਤੇ ਵਾਕਾਂ ਵਿੱਚ ਗੱਲ ਆਖੀ ਜਾਂਦੀ ਹੈ। ਚਿੱਠੀ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ, ਇਸ ਲਈ ਗੱਲ ਸੰਖੇਪ ਵਿੱਚ ਕੀਤੀ ਜਾਂਦੀ ਹੈ। ਦੂਜਾ, ਆਮ ਗੱਲਬਾਤ ਨਾਲੋਂ ਥੋੜ੍ਹਾ ਸੰਕੋਚ ਵੀ ਹੁੰਦਾ ਹੈ। ਕਈ ਗੱਲਾਂ ਜਿਹੜੀਆਂ ਆਮ ਬੋਲਚਾਲ ਵੇਲੇ ਸਹਿਜ ਸੁਭਾਅ ਕਹਿ ਦਿੱਤੀਆਂ ਜਾਂਦੀਆਂ ਹਨ, ਚਿੱਠੀ ਵਿੱਚ ਲਿਖਣੀਆਂ ਉਚਿਤ ਨਹੀਂ ਜਾਪਦੀਆਂ। ਇਸ ਲਈ ਚਿੱਠੀ ਵਿੱਚ ਕੇਵਲ ਉਹ ਗੱਲ ਹੀ ਲਿਖੀ ਜਾਣੀ ਚਾਹੀਦੀ ਹੈ ਜਿਸ ਨੂੰ ਵਾਰ-ਵਾਰ ਪੜ੍ਹਨ 'ਤੇ ਵੀ ਉਸ ਦਾ ਗਲਤ ਜਾਂ ਉਲਟਾ ਪ੍ਰਭਾਵ ਨਾ ਪਵੇ। ਚਿੱਠੀ ਪੱਤਰ ਕਿਸੇ ਵੀ ਪ੍ਰਕਾਰ ਦੀ ਹੋਵੇ, ਸਾਡੇ ਹੱਥਾਂ ਨਾਲ ਲਿਖੇ ਹੋਣ ਕਾਰਨ ਜਾਂ ਟਾਈਪ ਕੀਤੇ ਹੋਣ 'ਤੇ ਸਾਡੇ ਦਸਤਖਤ ਹੋਣ ਕਾਰਨ ਸਾਡੀ ਆਖੀ ਗੱਲ ਦੀ ਤਸਦੀਕ ਹੁੰਦੀ ਹੈ, ਜਿਸ ਤੋਂ ਮੁੱਕਰਨਾ ਔਖਾ ਹੁੰਦਾ ਹੈ। ਇਸ ਲਈ ਚਿੱਠੀ ਪੱਤਰ ਵਿੱਚ ਲਿਖੇ ਹਰ ਸ਼ਬਦ ਲਈ ਚਿੱਠੀ ਲੇਖਕ ਜ਼ਿੰਮੇਵਾਰ ਹੁੰਦਾ ਹੈ। ਇਸ ਦੇ ਨਾਲ ਹੀ ਚਿੱਠੀ ਪੱਤਰ ਵਿੱਚ ਸ਼ੁੱਧ ਭਾਸ਼ਾ ਲਿਖਣ, ਪੈਰੇ ਬਣਾਉਣ, ਵਿਸਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਕਰਨ, ਹਾਸ਼ੀਆ ਛੱਡਣ ਆਦਿ ਗੱਲਾਂ ਵੱਲ ਵੀ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਚਿੱਠੀ ਪੱਤਰ ਲਿਖਣ ਦੇ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਗੱਲ ਹੁੰਦੀ ਹੈ ਸਿਰਨਾਮਾ। ਇਹ ਪੋਸਟ ਕਾਰਡ ਜਾਂ ਲਿਫਾਫੇ ਦੇ ਬਾਹਰ ਲਿਖਿਆ ਜਾਂਦਾ ਹੈ। ਸਿਰਨਾਮਾ ਲਿਖਣ ਸਮੇਂ ਨਾਂ ਅਤੇ ਪਤਾ ਸਾਫ਼ ਅਤੇ ਠੀਕ ਲਿਖਣਾ ਚਾਹੀਦਾ ਹੈ। ਨਾਂ ਦੇ ਅੱਗੇ ਸਤਿਕਾਰ ਪ੍ਰਗਟ ਕਰਦਾ ਸ਼ਬਦ ਅਤੇ ਨਾਲ ਵਿਅਕਤੀ ਦੀ ਪਦਵੀ ਦਾ ਇਸਤੇਮਾਲ ਕਰਨਾ ਵੀ ਠੀਕ ਹੈ। ਔਰਤਾਂ ਦੇ ਨਾਂ ਲਿਖਣ ਵੇਲੇ ਵੀ ਉਹਨਾਂ ਦੀ ਪਦਵੀ ਜਾਂ ਕੁਮਾਰੀ ਅਤੇ ਸ਼੍ਰੀਮਤੀ ਆਦਿ ਲਿਖਣਾ ਚਾਹੀਦਾ ਹੈ। ਇਸ ਤੋਂ ਬਾਅਦ ਘਰ ਦੇ ਨੰਬਰ, ਫਿਰ ਮੁਹੱਲਾ, ਸ਼ਹਿਰ, ਪਿੰਡ, ਡਾਕਖਾਨਾ, ਅੰਤ ਵਿੱਚ ਜ਼ਿਲ੍ਹਾ ਅਤੇ ਰਾਜ ਦਾ ਨਾਂ ਲਿਖਣਾ ਚਾਹੀਦਾ ਹੈ। ਜੇਕਰ ਪਿੰਨ ਕੋਡ ਪਤਾ ਹੈ ਤਾਂ ਅਖੀਰ ਵਿੱਚ ਪਿੰਨ ਕੋਡ ਜ਼ਰੂਰ ਲਿਖਣਾ ਚਾਹੀਦਾ ਹੈ। ਪਿੰਨ ਕੋਡ ਲਿਖਣ ਨਾਲ ਚਿੱਠੀ ਜਲਦੀ ਠੀਕ ਪਤੇ 'ਤੇ ਪੁੱਜਦੀ ਹੈ। ਅੱਜ ਕੱਲ੍ਹ ਫੋਨ ਨੰਬਰ ਲਿਖਣ ਦਾ ਰੁਝਾਨ ਵੀ ਪ੍ਰਚਲਿਤ ਹੈ। ਜੇ ਚਿੱਠੀ ਪੰਜਾਬ ਤੋਂ ਬਾਹਰ ਭੇਜਣੀ ਹੈ ਤਾਂ ਪਤਾ ਪੰਜਾਬੀ ਦੇ ਨਾਲ ਹਿੰਦੀ ਜਾਂ ਅੰਗਰੇਜ਼ੀ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਜੇ ਚਿੱਠੀ ਵਿਦੇਸ਼ ਵਿੱਚ ਭੇਜਣੀ ਹੈ ਤਾਂ ਪਤਾ ਅੰਗਰੇਜ਼ੀ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਆਮ ਤੌਰ 'ਤੇ ਚਿੱਠੀ ਪੱਤਰਾਂ ਦੇ ਆਰੰਭ ਵਿੱਚ ਪੰਨੇ ਦੇ ਸੱਜੇ ਹੱਥ ਵਾਲੇ ਸਿਰੇ ਉੱਤੇ ਪੱਤਰ ਲਿਖਣ ਵਾਲੇ ਦਾ ਆਪਣਾ ਪਤਾ ਲਿਖਿਆ ਜਾਂਦਾ ਹੈ। ਇਹ ਉਸ ਦਾ ਡਾਕ ਦਾ ਪਤਾ ਹੁੰਦਾ ਹੈ। ਜੇ ਪੱਤਰ ਪਿੰਡ ਤੋਂ ਲਿਖਿਆ ਜਾਵੇ ਤਾਂ ਪਹਿਲਾਂ ਪਿੰਡ ਦਾ ਨਾਂ ਲਿਖਿਆ ਜਾਂਦਾ ਹੈ। ਉਸ ਦੇ ਹੇਠਾਂ ਦੂਜੀ ਸਤਰ ਵਿੱਚ ਡਾਕ ਘਰ ਅਤੇ ਤੀਜੀ ਸਤਰ ਵਿੱਚ ਤਹਿਸੀਲ ਅਤੇ ਜ਼ਿਲ੍ਹੇ ਦਾ ਨਾਂ ਲਿਖਿਆ ਜਾਂਦਾ ਹੈ। ਅਗਲੀ ਸਤਰ ਵਿੱਚ ਤਾਰੀਖ ਲਿਖੀ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰੀਖਿਆ ਦੇ ਮੰਤਵ ਤੋਂ ਵਿਦਿਆਰਥੀ ਪ੍ਰੀਖਿਆ ਭਵਨ, ਸਕੂਲ ਦਾ ਨਾਂ, ਸ਼ਹਿਰ ਦਾ ਨਾਂ ਲਿਖ ਕੇ ਤਾਰੀਖ ਲਿਖ ਲੈਂਦੇ ਹਨ। ਜੇਕਰ ਪ੍ਰਸ਼ਨ ਵਿੱਚ ਪੱਤਰ ਲਿਖਣ ਵਾਲੇ ਦਾ ਪਤਾ ਦਰਸਾਇਆ ਗਿਆ ਹੋਵੇ ਤਾਂ ਫਿਰ ਉਹ ਹੀ ਲਿਖਣਾ ਚਾਹੀਦਾ ਹੈ। ਚਿੱਠੀ ਪੱਤਰ ਦਾ ਮੱਧ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਮੱਧ ਭਾਗ ਵਿੱਚ ਪੱਤਰ ਦਾ ਵਿਸ਼ਾ ਵਸਤੂ ਹੁੰਦਾ ਹੈ। ਆਰੰਭ ਦੀਆਂ ਸਤਰਾਂ ਵਿੱਚ ਕਈ ਵਿਅਕਤੀ ਰਾਜੀ ਖੁਸ਼ੀ ਪੁੱਛਦੇ ਹਨ ਜਾਂ ਉਹਨਾਂ ਦਾ ਨਾਮ ਲਿਖਦੇ ਹਨ। ਅੱਜ ਕੱਲ੍ਹ ਪੱਤਰ ਦਾ ਮੱਧ ਭਾਗ ਸਿੱਧੇ ਹੀ ਸ਼ੁਰੂ ਕੀਤਾ ਜਾਂਦਾ ਹੈ। ਵੱਧ ਤੋਂ ਵੱਧ ਕਿਸੇ ਪਹਿਲਾਂ ਮਿਲੇ ਪੱਤਰ ਜਾਂ ਸੂਚਨਾ ਦਾ ਹਵਾਲਾ ਦਿੱਤਾ ਜਾਂਦਾ ਹੈ। ਚਿੱਠੀ ਪੱਤਰਾਂ ਦੇ ਆਕਾਰ ਦੀ ਕੋਈ ਸੀਮਾ ਨਹੀਂ ਹੁੰਦੀ। ਜਦੋਂ ਮੱਧ ਭਾਗ ਮੁੱਕਣ 'ਤੇ ਆਉਂਦਾ ਹੈ ਤਦ ਚਿੱਠੀ ਲਿਖਣ ਦਾ ਮੰਤਵ ਦੁਹਰਾਇਆ ਜਾਂਦਾ ਹੈ ਜਾਂ ਉਸ ਬਾਰੇ ਤਾਕੀਦ ਕੀਤੀ ਜਾਂਦੀ ਹੈ। ਹੋਰ ਨੇੜਲੇ ਮੈਂਬਰਾਂ ਜਾਂ ਪੜ੍ਹਨ ਵਾਲਿਆਂ ਪ੍ਰਤੀ ਸਤਿਕਾਰ ਵੀ ਪ੍ਰਗਟ ਕੀਤਾ ਜਾਂਦਾ ਹੈ। ਚਿੱਠੀ ਦਾ ਅੰਤ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਅੰਤਲੇ ਭਾਗ ਵਿੱਚ ਪੱਤਰ ਲਿਖਣ ਵਾਲਾ
ਸੰਬੋਧਨ ਕੀਤੇ ਜਾਣ ਵਾਲੇ ਵਿਅਕਤੀ ਪ੍ਰਤੀ ਆਪਣਾ ਰਿਸ਼ਤਾ ਦੱਸ ਕੇ ਆਪਣਾ ਨਾਂ ਲਿਖਦਾ ਹੈ। ਫਿਰ ਖੱਬੇ ਹੱਥ ਹੇਠਾਂ ਕਰਕੇ ਪੱਤਰ ਪ੍ਰਾਪਤ ਕਰਨ ਵਾਲੇ ਦਾ ਪੂਰਾ ਡਾਕ ਪਤਾ ਲਿਖਿਆ ਜਾਂਦਾ ਹੈ। ਚਿੱਠੀ ਪੱਤਰ ਲਿਖਣ ਦੀ ਕਲਾ ਬਾਰੇ ਦਿੱਤੇ ਨਿਯਮ ਗਣਿਤ ਦੇ ਨਿਯਮਾਂ ਵਾਂਗ ਨਹੀਂ ਹਨ। ਲਿਖਣ ਵਾਲਾ ਹਰ ਵਿਅਕਤੀ ਆਪਣੀ ਨਿੱਜੀ ਸੋਚ, ਰੁਚੀ ਅਤੇ ਪਸੰਦ ਅਨੁਸਾਰ ਇਹਨਾਂ ਵਿੱਚ ਨਿੱਕੀ ਮੋਟੀ ਤਬਦੀਲੀ ਕਰ ਸਕਦਾ ਹੈ। ਇਸ ਲਈ ਚਿੱਠੀ ਪੱਤਰ ਲਿਖਣ ਦੀਆਂ ਵਿਧੀਆਂ ਨੂੰ ਅਸੀਂ ਸੁਝਾਅ ਹੀ ਕਹਿ ਸਕਦੇ ਹਾਂ। ਉਂਝ ਵੀ ਜੀਵਨ ਦੇ ਹੋਰ ਖੇਤਰਾਂ ਵਿੱਚ ਬਦਲਦੇ ਫੈਸ਼ਨਾਂ ਅਤੇ ਰੁਚੀਆਂ ਵਾਂਗ ਸਮਾਂ ਲੰਘਣ ਨਾਲ ਚਿੱਠੀ ਪੱਤਰ ਲਿਖਣ ਦੇ ਸਲੀਕੇ ਅਤੇ ਤਰੀਕੇ ਵਿੱਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ। ਹੁਣ ਅਸੀਂ ਚਿੱਠੀ ਪੱਤਰ ਜਾਂ ਬਿਨੇ ਪੱਤਰ ਲਿਖਣ ਦੇ ਢੰਗ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਹੈ, ਜਿਸ ਨੂੰ ਚਿੱਠੀ ਲਿਖਣੀ ਹੋਵੇ ਉਸ ਦੇ ਆਰੰਭ ਵਿੱਚ ਕੀ ਲਿਖਣਾ ਹੈ ਅਤੇ ਅੰਤ ਵਿੱਚ ਕੀ ਲਿਖਣਾ ਹੈ। ਜਿਵੇਂ ਜੇਕਰ ਅਸੀਂ ਪਿਤਾ ਨੂੰ ਚਿੱਠੀ ਲਿਖਣੀ ਹੈ ਤਾਂ ਆਰੰਭ ਵਿੱਚ ਆਵੇਗਾ ਸਤਿਕਾਰਯੋਗ ਪਿਤਾ ਜੀ, ਅੰਤ ਵਿੱਚ ਆਵੇਗਾ ਆਪ ਦਾ ਪਿਆਰਾ ਪੁੱਤਰ। ਜੇਕਰ ਚਿੱਠੀ ਮਾਤਾ ਨੂੰ ਲਿਖਣੀ ਹੈ ਤਾਂ ਆਰੰਭ ਵਿੱਚ ਆਵੇਗਾ ਸਤਿਕਾਰਯੋਗ ਮਾਤਾ ਜੀ, ਅੰਤ ਵਿੱਚ ਆਵੇਗਾ ਆਪ ਦਾ ਪਿਆਰਾ ਪੁੱਤਰ। ਵੱਡੇ ਭਰਾ ਨੂੰ ਲਿਖਣੀ ਹੈ, ਆਰੰਭ ਵਿੱਚ ਆਵੇਗਾ ਪਿਆਰੇ ਵੀਰ ਜੀ, ਅੰਤ ਵਿੱਚ ਆਵੇਗਾ ਤੁਹਾਡਾ ਛੋਟਾ ਭਰਾ। ਛੋਟੇ ਭਰਾ ਨੂੰ ਲਿਖਣੀ ਹੈ ਤਾਂ ਆਰੰਭ ਵਿੱਚ ਆਵੇਗਾ ਪਿਆਰੇ ਸੋਨੂ, ਭਾਵ ਉਸ ਛੋਟੇ ਭਰਾ ਦਾ ਨਾਂ, ਅੰਤ ਵਿੱਚ ਆਵੇਗਾ ਤੇਰਾ ਵੱਡਾ ਵੀਰ। ਮਿੱਤਰ ਨੂੰ ਲਿਖਣੀ ਹੈ, ਆਰੰਭ ਵਿੱਚ ਆਵੇਗਾ ਪਿਆਰੇ ਦੋਸਤ, ਅਖੀਰ ਦੇ ਵਿੱਚ ਆਵੇਗਾ ਤੇਰਾ ਮਿੱਤਰ। ਮੁੱਖ ਅਧਿਆਪਕ ਜੀ ਨੂੰ ਲਿਖਣੀ ਹੈ ਤਾਂ ਆਰੰਭ ਦੇ ਵਿੱਚ ਆਪਾਂ ਸਤਿਕਾਰ ਵਜੋਂ ਸ਼੍ਰੀਮਾਨ ਜੀ ਲਿਖਾਂਗੇ, ਅਖੀਰ ਦੇ ਵਿੱਚ ਲਿਖਾਂਗੇ ਆਪ ਜੀ ਦਾ ਆਗਿਆਕਾਰੀ ਜਾਂ ਆਪ ਜੀ ਦਾ ਆਗਿਆਕਾਰ। ਪੁਸਤਕਾਂ ਵੇਚਣ ਵਾਲੇ ਨੂੰ ਬਿਨੇ ਪੱਤਰ ਲਿਖਣਾ ਹੈ ਤਾਂ ਆਰੰਭ ਦੇ ਵਿੱਚ ਆਵੇਗਾ ਸ਼੍ਰੀਮਾਨ ਜੀ, ਅੰਤ ਦੇ ਵਿੱਚ ਆਵੇਗਾ ਆਪ ਜੀ ਦਾ ਸ਼ੁਭ ਚਿੰਤਕ। ਨੂੰ ਜਾਂ ਧੀ ਨੂੰ ਚਿੱਠੀ ਲਿਖਣੀ ਹੈ ਤਾਂ ਆਰੰਭ ਦੇ ਵਿੱਚ ਆਵੇਗਾ ਪਿਆਰੀ ਸਪੁੱਤਰੀ, ਅਖੀਰ ਦੇ ਵਿੱਚ ਆਵੇਗਾ ਤੇਰੀ ਮਾਤਾ। ਹੁਣ ਅਸੀਂ ਮਿੱਤਰ ਜਾਂ ਸਹੇਲੀ ਨੂੰ ਭਾਖੜਾ ਡੈਮ ਦੀ ਸੈਰ ਦਾ ਹਾਲ ਪੱਤਰ ਬਾਰੇ ਗੱਲਬਾਤ ਕਰਾਂਗੇ। ਕੋਠੀ ਨੰਬਰ 10, ਗਲੀ ਨੰਬਰ 18, ਨਵਰੂਪ ਨਗਰ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਪਿਆਰੀ ਸਹੇਲੀ ਜੱਸ, ਸਤਿ ਸ਼੍ਰੀ ਅਕਾਲ। ਪਿਛਲੇ ਹਫ਼ਤੇ ਮੈਨੂੰ ਤੇਰੀ ਚਿੱਠੀ ਮਿਲੀ ਸੀ, ਪਰ ਮੈਂ ਉਸ ਦਾ ਜਵਾਬ ਨਹੀਂ ਦੇ ਸਕੀ। ਇਸ ਲਈ ਮੈਂ ਪਹਿਲਾਂ ਤੇਰੇ ਕੋਲੋਂ ਮੁਆਫ਼ੀ ਮੰਗਦੀ ਹਾਂ। ਸਾਡੇ ਸਕੂਲ ਤੋਂ ਇੱਕ ਵਿੱਦਿਅਕ ਟੂਰ ਭਾਖੜਾ ਡੈਮ ਦੇਖਣ ਲਈ ਗਿਆ ਸੀ। ਮੈਂ ਵੀ ਗਈ ਸੀ, ਇਸ ਕਰਕੇ ਤੇਰੀ ਚਿੱਠੀ ਦਾ ਜਵਾਬ ਨਹੀਂ ਦੇ ਸਕੀ। ਤੈਨੂੰ ਪਤਾ ਹੀ ਹੈ ਕਿ ਵਿਦਿਆਰਥੀਆਂ ਲਈ ਇਤਿਹਾਸਿਕ ਅਸਥਾਨ ਦੀ ਯਾਤਰਾ ਬਹੁਤ ਮਹੱਤਵ ਰੱਖਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਨਾਲ ਵਿਦਿਆਰਥੀਆਂ ਨੂੰ ਅਸਲੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਨੇ ਪਹਿਲਾਂ ਪੁਸਤਕੀ ਗਿਆਨ ਪ੍ਰਾਪਤ ਕੀਤਾ ਹੁੰਦਾ ਹੈ, ਫਿਰ ਜਦੋਂ ਅਸਲੀ ਚੀਜ਼ਾਂ ਜਾਂ ਅਸਥਾਨ ਦੇਖਦੇ ਹਨ, ਉਸ ਸਮੇਂ ਉਹਨਾਂ ਨੂੰ ਇਸ ਤਰ੍ਹਾਂ ਦਾ ਗਿਆਨ ਮਿਲਦਾ ਹੈ ਜੋ ਉਹ ਕਦੀ ਵੀ ਨਹੀਂ ਭੁੱਲਦੇ। ਇਸੇ ਲਈ ਹਰ ਸਾਲ ਹਰ ਸਕੂਲ ਵਿੱਚੋਂ ਵਿਦਿਆਰਥੀ ਕਿਸੇ ਇਤਿਹਾਸਿਕ ਸਥਾਨ ਦੀ ਯਾਤਰਾ ਲਈ ਜ਼ਰੂਰ ਜਾਂਦੇ ਹਨ।
ਇਸ ਤਰ੍ਹਾਂ ਦੀ ਯਾਤਰਾ ਵਿਦਿਆਰਥੀਆਂ ਦੇ ਥੱਕੇ ਹੋਏ ਦਿਮਾਗ ਨੂੰ ਮੁੜ ਤਾਜ਼ਾ ਕਰਕੇ ਪੜ੍ਹਾਈ ਵਿੱਚ ਰੁਚੀ ਵਧਾ ਦਿੰਦੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਇਮਤਿਹਾਨ ਦੇ ਰੁਝੇਵਿਆਂ ਅਤੇ ਥਕੇਵਿਆਂ ਭਰੇ ਜੀਵਨ ਤੋਂ ਆਰਾਮ ਮਿਲਦਾ ਹੈ। ਉਹਨਾਂ ਦੇ ਸਰੀਰ ਵਿੱਚ ਚੁਸਤੀ ਅਤੇ ਮਨ ਵਿੱਚ ਤਾਜ਼ਗੀ ਆਉਂਦੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਗਿਆਨ ਵਿੱਚ ਵਾਧਾ ਵੀ ਹੁੰਦਾ ਹੈ। ਮੈਂ ਇਸ ਪੱਤਰ ਰਾਹੀਂ ਭਾਖੜਾ ਡੈਮ ਦੀ ਸੈਰ ਦਾ ਹਾਲ ਤੇਰੇ ਨਾਲ ਸਾਂਝਾ ਕਰਨ ਜਾ ਰਹੀ ਹਾਂ, ਤਾਂ ਜੋ ਤੈਨੂੰ ਵੀ ਭਾਖੜਾ ਡੈਮ ਬਾਰੇ ਜਾਣਕਾਰੀ ਪ੍ਰਾਪਤ ਹੋ ਜਾਵੇ ਅਤੇ ਤੂੰ ਵੀ ਸਾਡੇ ਨਾਲ ਵਿਦਿਅਕ ਯਾਤਰਾ ਦਾ ਮਜ਼ਾ ਲੈ ਸਕੇ। ਪਿਛਲੇ ਦਿਨੀ ਸਾਡੇ ਸਕੂਲ ਤੋਂ ਇਤਿਹਾਸ ਦੇ ਅਧਿਆਪਕ ਸਰਦਾਰ ਅਮਰੀਕ ਸਿੰਘ ਦੀ ਅਗਵਾਈ ਹੇਠ 10 ਵਿਦਿਆਰਥੀਆਂ ਦਾ ਇੱਕ ਗਰੁੱਪ ਭਾਖੜਾ ਡੈਮ ਦੀ ਸੈਰ ਕਰਨ ਲਈ ਗਿਆ। ਅਸੀਂ ਕਈ ਦਿਨ ਪਹਿਲਾਂ ਹੀ ਵਿਦਿਅਕ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਵਿਦਿਆਰਥੀਆਂ ਦੇ ਮਨ ਵਿੱਚ ਭਾਖੜਾ ਡੈਮ ਨੂੰ ਦੇਖਣ ਦੀ ਬਹੁਤ ਉਤਸੁਕਤਾ ਸੀ। ਭਾਖੜਾ ਡੈਮ ਨੂੰ ਸਿਰਫ ਅਸੀਂ ਕਿਤਾਬਾਂ ਵਿੱਚ ਪੜ੍ਹਿਆ ਸੀ, ਪਰ ਹੁਣ ਉਸ ਨੂੰ ਅੱਖੀਂ ਦੇਖਣ ਦਾ ਮੌਕਾ ਮਿਲ ਰਿਹਾ ਸੀ, ਜੋ ਸਾਡੇ ਵਿਦਿਆਰਥੀਆਂ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਅਸੀਂ ਸਾਰੇ ਬੱਚਿਆਂ ਨੇ ਖਾਣ ਪੀਣ ਦਾ ਸਮਾਨ ਆਪਣੇ ਨਾਲ ਲੈ ਲਿਆ। ਅਸੀਂ ਇੱਕ ਸਕਾਰਪੀਓ ਗੱਡੀ ਕਿਰਾਏ ਉੱਤੇ ਲਈ ਅਤੇ ਹੁਸ਼ਿਆਰਪੁਰ ਤੋਂ ਹੁੰਦੇ ਹੋਏ ਪਹਾੜੀ ਸੜਕ ਉੱਪਰ ਪੈ ਗਏ ਅਤੇ 2 ਕੁ ਘੰਟਿਆਂ ਵਿੱਚ ਨੰਗਲ ਪਾਰ ਕਰ ਗਏ। ਕੁਝ ਦੂਰ ਅੱਗੇ ਜਾ ਕੇ ਸਾਨੂੰ ਭਾਖੜਾ ਡੈਮ ਦੂਰੋਂ ਦਿਸਣ ਲੱਗ ਪਿਆ। ਭਾਖੜਾ ਡੈਮ ਨੂੰ ਦੂਰੋਂ ਦਿਸਦਾ ਦੇਖ ਕੇ ਅਸੀਂ ਸਾਰੇ ਵਿਦਿਆਰਥੀਆਂ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸਾਡੇ ਮਨ ਦੇ ਵਿੱਚ ਬਹੁਤ ਜ਼ਿਆਦਾ ਉਤਸੁਕਤਾ ਸੀ। ਸਾਡੇ ਇਤਿਹਾਸ ਦੇ ਅਧਿਆਪਕ ਨੇ ਸਾਨੂੰ ਸਮਝਾਇਆ ਕਿ ਆਲੇ ਦੁਆਲੇ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਿਆ ਜਾਵੇ। ਅਖੀਰ ਅਸੀਂ ਹਰੇ ਭਰੇ ਉਸ ਥਾਂ ਉੱਤੇ ਪਹੁੰਚ ਗਏ ਜਿੱਥੇ ਸਤਲੁਜ ਦਰਿਆ ਉੱਤੇ ਇਹ ਬੰਨ੍ਹ ਬਣਿਆ ਹੋਇਆ ਹੈ। ਇੱਥੇ ਸਿਕਿਉਰਿਟੀ ਵਾਲਿਆਂ ਨੇ ਸਾਨੂੰ ਚੈੱਕ ਕੀਤਾ ਅਤੇ ਚੈੱਕ ਕਰਨ ਤੋਂ ਬਾਅਦ ਸਾਨੂੰ ਅੱਗੇ ਜਾਣ ਦਿੱਤਾ। ਡੈਮ ਦੇ ਉੱਤੇ ਪਹੁੰਚ ਕੇ ਅਧਿਆਪਕ ਜੀ ਨੇ ਸਾਨੂੰ ਦੱਸਣਾ ਸ਼ੁਰੂ ਕੀਤਾ ਕਿ ਭਾਖੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਪਿੰਡ ਹੈ, ਜਿੱਥੇ ਪਾਣੀ ਤੋਂ ਬਿਜਲੀ ਭਾਵ ਹਾਈਡ੍ਰੋਲਿਕ ਪਾਵਰ ਹਾਊਸ ਪੈਦਾ ਕਰਨ ਦਾ ਪ੍ਰੋਜੈਕਟ ਲੱਗਿਆ ਹੋਇਆ ਹੈ। ਇਹ ਵਿਸ਼ਵ ਦਾ ਸਭ ਤੋਂ ਵੱਧ ਉਚਾਈ ਵਾਲਾ ਡੈਮ ਹੈ। ਇਸ ਦਾ ਦਫ਼ਤਰੀ ਨਾਂ ਭਾਖੜਾ ਡੈਮ ਹੈ। ਭਾਰਤ ਦੇ ਆਜ਼ਾਦ ਹੋਣ ਤੋਂ 1 ਸਾਲ ਪਿੱਛੋਂ ਭਾਵ 1948 ਵਿੱਚ ਇਸ ਡੈਮ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਅਤੇ 1963 ਵਿੱਚ ਭਾਵ 15 ਸਾਲਾਂ ਵਿੱਚ ਇਹ ਪੂਰਾ ਹੋਇਆ। ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਇਸ ਡੈਮ ਨੂੰ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਰਿਹਾ ਹੈ। ਡੈਮ ਦੀ ਉਸਾਰੀ ਕਰਨ ਲਈ 30 ਵਿਦੇਸ਼ੀ ਮਾਹਿਰਾਂ, ਭਾਰਤ ਦੇ 300 ਇੰਜੀਨੀਅਰਾਂ ਅਤੇ
13,000 ਮਜ਼ਦੂਰਾਂ ਨੇ ਕੰਮ ਕੀਤਾ। ਇਸ ਡੈਮ ਦੇ ਉੱਤੇ 245.28 ਕਰੋੜ ਰੁਪਏ ਦੀ ਉਸਾਰੀ ਲਾਗਤ ਆਈ। ਭਾਖੜਾ ਡੈਮ ਗੋਬਿੰਦ ਸਾਗਰ ਝੀਲ ਜੋ 168.35 ਵਰਗ ਕਿਲੋਮੀਟਰ ਭਾਵ 65 ਵਰਗ ਮੀਲ ਦੇ ਖੇਤਰ ਵਿੱਚ ਫੈਲੀ ਹੋਈ ਹੈ ਤੇ ਬਣਿਆ ਹੋਇਆ ਹੈ। ਡੈਮ ਦੀ ਕੁੱਲ ਉਚਾਈ 225.55 ਮੀਟਰ ਭਾਵ 740 ਫੁੱਟ ਹੈ। ਡੈਮ ਦੀ ਇਹ ਉਚਾਈ ਕੁਤਬ ਮੀਨਾਰ ਜੋ ਦਿੱਲੀ ਵਿੱਚ ਹੈ ਤੋਂ 3 ਗੁਣਾ ਵੱਧ ਹੈ। ਇਸ ਡੈਮ ਦੀ ਲੰਬਾਈ 1700 ਫੁੱਟ ਭਾਵ 520 ਮੀਟਰ ਹੈ। ਇਹ ਏਸ਼ੀਆ ਦਾ ਸਭ ਤੋਂ ਉੱਚਾ ਬੰਨ੍ਹ ਹੈ ਅਤੇ ਭਾਰਤ ਵਿੱਚ ਬਣਿਆ ਇਹ ਇੰਨਾ ਪੱਕਾ ਬੰਨ੍ਹ ਹੈ ਕਿ ਇਸ ਉੱਪਰ ਭੂਚਾਲ, ਹੜ੍ਹ ਜਾਂ ਕਿਸੇ ਤੋੜ-ਫੋੜ ਦਾ ਅਸਰ ਨਹੀਂ ਹੋ ਸਕਦਾ। ਇਹ ਸਮੁੰਦਰ ਦੇ ਤਲ ਤੋਂ 225.55 ਮੀਟਰ ਉੱਚਾ ਹੈ। ਇਸ ਉੱਤੇ ਬਣੀ ਸੜਕ ਦੀ ਚੌੜਾਈ 304.84 ਮੀਟਰ ਹੈ। ਡੈਮ ਤੋਂ ਬਿਜਲੀ ਪੈਦਾ ਕਰਨ ਲਈ 2 ਬਿਜਲੀ ਘਰ ਭਾਵ ਪਾਵਰ ਹਾਊਸ ਡੈਮ ਦੇ ਕਿਨਾਰਿਆਂ 'ਤੇ ਬਣੇ ਹੋਏ ਹਨ। ਇਹਨਾਂ ਦੀ ਸਮਰੱਥਾ 5 ਯੂਨਿਟ ਦੀ ਹੈ। ਇਹਨਾਂ ਤੋਂ ਕਰਮਵਾਰ 108 ਮੈਗਾਵਾਟ ਅਤੇ 157 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਭਾਖੜਾ ਡੈਮ ਤੋਂ 13 ਕਿਲੋਮੀਟਰ ਦੂਰੀ 'ਤੇ ਨੰਗਲ ਡੈਮ ਵੀ ਹੈ ਜਿਸ ਦੀ ਉਚਾਈ 95 ਫੁੱਟ ਹੈ। ਇਸ ਕਰਕੇ ਦੋਵਾਂ ਡੈਮਾਂ ਨੂੰ ਭਾਖੜਾ ਨੰਗਲ ਡੈਮ ਕਿਹਾ ਜਾਂਦਾ ਹੈ। ਨੰਗਲ ਡੈਮ ਵਿੱਚ ਸੰਭਾਲੇ ਪਾਣੀ 'ਚੋਂ ਨਹਿਰਾਂ ਨਿਕਲਦੀਆਂ ਹਨ ਜੋ ਖੇਤਰ ਵਿੱਚ ਜਾ ਕੇ ਪਾਣੀ ਦੀ ਪੂਰਤੀ ਕਰਦੀਆਂ ਹਨ। ਭਾਖੜਾ ਨੰਗਲ ਡੈਮ ਤੋਂ ਪੈਦਾ ਹੋਈ ਬਿਜਲੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਨੂੰ ਜਾਂਦੀ ਹੈ। ਸਾਡੇ ਇਤਿਹਾਸ ਦੇ ਅਧਿਆਪਕ ਜੀ ਨੇ ਸਾਨੂੰ ਦੱਸਿਆ ਕਿ ਡੈਮ ਤੇ ਗੋਬਿੰਦ ਸਾਗਰ ਝੀਲ ਵਿੱਚ ਉਚਾਈ 'ਤੇ ਜਮ੍ਹਾਂ ਹੋਏ ਪਾਣੀ ਦੀ ਸਥਿਤਿਜ ਊਰਜਾ ਨੂੰ ਗਤਿਜ ਊਰਜਾ ਵਿੱਚ ਬਦਲ ਜਾਣ 'ਤੇ ਪੈਦਾ ਹੋਈ ਪਾਣੀ ਊਰਜਾ ਦੇ ਨਾਲ ਟਰਬਾਈਨਾਂ ਨੂੰ ਘੁਮਾਉਣ ਨਾਲ ਬਿਜਲੀ ਪੈਦਾ ਹੁੰਦੀ ਹੈ। ਭਾਖੜਾ ਡੈਮ ਊਰਜਾ ਦਾ ਨਵਿਆਉਣਯੋਗ ਸੋਮਾ ਹੈ। ਡੈਮ ਰਾਹੀਂ ਗੋਬਿੰਦ ਸਾਗਰ ਵਿੱਚ ਪਾਣੀ ਦੀ ਊਰਜਾ ਨੂੰ ਚੈਨੇਲਾਈਜ਼ ਕੀਤਾ ਹੋਇਆ ਹੈ। ਇਸੇ ਤਕਨੀਕ ਰਾਹੀਂ ਨਹਿਰਾਂ ਦੇ ਪੁਲ ਹੇਠ ਝਾਲਾਂ ਬਣਾ ਕੇ ਮਿੰਨੀ ਹਾਈਡ੍ਰੋਲਿਕ ਪਾਵਰ ਹਾਊਸ ਬਣਾਏ ਜਾ ਸਕਦੇ ਹਨ ਜੋ ਉਸ ਇਲਾਕੇ ਦੀ ਬਿਜਲੀ ਘਾਟ ਨੂੰ ਪੂਰਾ ਕਰ ਸਕਦੇ ਹਨ। ਭਾਖੜਾ ਨੰਗਲ ਡੈਮ ਦੇ ਸੁਰੱਖਿਆ ਪ੍ਰਬੰਧ ਬਹੁਤ ਸਖਤ ਹਨ। ਪਾਵਰ ਹਾਊਸ ਨੂੰ ਅੰਦਰ ਜਾ ਕੇ ਦੇਖਣ ਦੀ ਮਨਾਹੀ ਹੈ। ਇਸ ਡੈਮ ਦਾ ਪ੍ਰਬੰਧ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਕੋਲ ਹੈ। ਬੋਰਡ ਤੋਂ ਪਰਮਿਟ ਲੈ ਕੇ ਡੈਮ ਨੂੰ ਬਾਹਰੋਂ ਨੇੜੇ ਜਾ ਕੇ ਵੱਡ ਆਕਾਰੀ ਗੋਬਿੰਦ ਝੀਲ ਅਤੇ ਉਚਾਈ ਤੋਂ ਡਿੱਗਦੇ ਪਾਣੀ ਨੂੰ ਦੇਖਿਆ ਜਾ ਸਕਦਾ ਹੈ। ਉਚਾਈ ਤੋਂ ਡਿੱਗਦੇ ਪਾਣੀ ਦੀ ਗੜਗੜਾਹਟ ਮਨ ਨੂੰ ਲੁਭਾਉਣੀ ਲੱਗਦੀ ਹੈ।
ਇਸ ਦੇ ਪਰਲੇ ਪਾਸੇ ਬਹੁਤ ਸਾਰੇ ਪਿੰਡਾਂ ਨੂੰ ਉਜਾੜ ਕੇ ਪਾਣੀ ਦੀ ਇੱਕ ਵੱਡੀ ਝੀਲ ਬਣਾਈ ਗਈ ਹੈ, ਜਿਸ ਵਿੱਚ 96,210 ਲੱਖ ਕਿਊਬਿਕ ਮੀਟਰ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ ਅਤੇ ਇਸ ਝੀਲ ਦਾ ਨਾਂ ਗੋਬਿੰਦ ਸਾਗਰ ਹੈ। ਜੇਕਰ ਇਹ ਬੰਨ ਕਿਸੇ ਤਰ੍ਹਾਂ ਟੁੱਟ ਜਾਵੇ ਤਾਂ ਇਹ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਕੁਝ ਹਿੱਸੇ ਨੂੰ ਪੂਰੀ ਤਰ੍ਹਾਂ ਰੋੜ ਸਕਦਾ ਹੈ। ਸਾਡੇ ਅਧਿਆਪਕ ਜੀ ਜਦੋਂ ਸਾਨੂੰ ਦੱਸ ਰਹੇ ਸਨ ਤਾਂ ਵਿਸ਼ਾਲ ਝੀਲ ਵੱਲ ਦੇਖ ਕੇ ਸਾਡਾ ਮਨ ਹੈਰਾਨ ਹੋ ਰਿਹਾ ਸੀ। ਅਧਿਆਪਕ ਜੀ ਨੇ ਦੱਸਿਆ ਕਿ ਇਸ ਬੰਨ ਦਾ ਉਦਘਾਟਨ ਕਰਨ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਨੂੰ ਭਾਰਤ ਦੇ ਪੁਨਰ ਉਥਾਨ ਦਾ ਮੰਦਰ ਕਿਹਾ ਸੀ। ਅਸੀਂ ਫਿਰ ਤੁਰ ਕੇ ਇਸ ਡੈਮ ਨੂੰ ਵੇਖ ਰਹੇ ਸਾਂ। ਬਹੁਤ ਸਾਰੇ ਹੋਰ ਯਾਤਰੀ ਵੀ ਉੱਥੇ ਆਏ ਹੋਏ ਸਨ। ਕਈ ਪਿਕਨਿਕ ਮਨਾ ਰਹੇ ਸਨ। ਸਾਨੂੰ ਹੋਰ ਵੀ ਸਕੂਲਾਂ ਤੋਂ ਆਏ ਬਹੁਤ ਸਾਰੇ ਸਕੂਲੀ ਬੱਚੇ ਦੇਖਣ ਨੂੰ ਮਿਲੇ। ਕਈ ਲੋਕ ਆਪਣੇ ਪਰਿਵਾਰਾਂ ਨਾਲ ਆਏ ਹੋਏ ਸਨ ਅਤੇ ਭਾਖੜਾ ਡੈਮ ਦੇ ਨਜ਼ਾਰੇ ਨੂੰ ਦੇਖ ਰਹੇ ਸਨ। ਕੁਝ ਕਿਸ਼ਤੀਆਂ ਵਿੱਚ ਸੈਰ ਵੀ ਕਰ ਰਹੇ ਸਨ। ਅਧਿਆਪਕ ਜੀ ਨੇ ਸਾਨੂੰ ਦੱਸਿਆ ਕਿ ਇਸ ਬੰਨ ਨਾਲ ਦਰਿਆ ਦੇ ਪਾਣੀ ਨੂੰ ਰੋਕ ਕੇ ਮੈਦਾਨੀ ਅਤੇ ਰੇਗਿਸਤਾਨੀ ਇਲਾਕੇ ਨੂੰ ਸਿੰਜਣ ਲਈ ਬਹੁਤ ਸਾਰੀਆਂ ਨਹਿਰਾਂ ਕੱਢੀਆਂ ਹਨ ਅਤੇ ਟਰਬਾਈਨਾਂ ਚਲਾ ਕੇ ਬਿਜਲੀ ਪੈਦਾ ਕੀਤੀ ਗਈ ਹੈ, ਜਿਸ ਨਾਲ ਭਾਰਤ ਅੰਨ ਦੀ ਲੋੜ ਵਿੱਚ ਸਵੈ ਨਿਰਭਰ ਹੋਇਆ ਹੈ ਅਤੇ ਬਿਜਲੀ ਨਾਲ ਸ਼ਹਿਰ ਅਤੇ ਪਿੰਡ ਜਗਮਗਾ ਉੱਠੇ ਹਨ ਅਤੇ ਉਦਯੋਗਾਂ ਨੂੰ ਖੂਬ ਹੁਲਾਰਾ ਮਿਲਿਆ ਹੈ। ਇੱਕ ਸਿਕਿਉਰਿਟੀ ਗਾਰਡ ਨੇ ਸਾਨੂੰ ਦੱਸਿਆ ਕਿ ਇੱਕ ਅੰਦਾਜ਼ੇ ਮੁਤਾਬਕ ਹਰ ਵਰ੍ਹੇ 5 ਲੱਖ ਲੋਕ ਭਾਖੜਾ ਨੰਗਲ ਡੈਮ ਦੇਖਣ ਆਉਂਦੇ ਹਨ। ਡੈਮ ਨੂੰ ਦੇਖਣ ਲਈ ਪਰਮਿਟ ਪ੍ਰਾਪਤੀ ਮੁਫਤ ਹੈ। ਡੈਮ ਨੂੰ ਬੋਰਡ ਵੱਲੋਂ ਨਿਰਧਾਰਿਤ ਸਮੇਂ ਅਨੁਸਾਰ 8 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਕੋਈ 3 ਘੰਟੇ ਉੱਥੇ ਗੁਜ਼ਾਰਨ ਮਗਰੋਂ ਅਸੀਂ ਵਾਪਸ ਪਰਤ ਆਏ। ਵਾਪਸ ਆਉਂਦੇ ਵੀ ਅਸੀਂ ਭਾਖੜਾ ਡੈਮ ਦੀਆਂ ਹੀ ਗੱਲਾਂ ਕਰ ਰਹੇ ਸੀ। ਅਗਲੇ ਦਿਨ ਸਕੂਲ ਆ ਕੇ ਅਸੀਂ ਬਾਕੀ ਬੱਚਿਆਂ ਨੂੰ ਵਿਦਿਅਕ ਯਾਤਰਾ ਦੀਆਂ ਗੱਲਾਂ ਸੁਣਾਈਆਂ। ਸੱਚਮੁੱਚ ਇਸ ਵਿਦਿਅਕ ਯਾਤਰਾ ਦੀ ਅਮਿੱਟ ਛਾਪ ਹਮੇਸ਼ਾ ਸਾਡੇ ਮਨਾਂ 'ਤੇ ਰਹੇਗੀ। ਬਾਕੀ ਗੱਲਾਂ ਮਿਲਣ 'ਤੇ ਕਰਾਂਗੇ। ਮੇਰੇ ਵੱਲੋਂ ਅੰਕਲ ਜੀ ਅਤੇ ਆਂਟੀ ਜੀ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਗੁਰਬੀਰ ਨੂੰ ਢੇਰ ਸਾਰਾ ਪਿਆਰ। ਤੇਰੀ ਸਹੇਲੀ ਰਾਜਬੀਰ। ਇਹ ਸੀ 7ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਚਿੱਠੀ ਪੱਤਰ ਮਿੱਤਰ ਜਾਂ ਸਹੇਲੀ ਨੂੰ ਭਾਖੜਾ ਡੈਮ ਦੀ ਸੈਰ ਦਾ ਹਾਲ ਪੱਤਰ, ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।